ਲੜੀਵਾਰ ਕਥਾ ਰਾਗ ਤਿਲੰਗ ਵਿੱਚ ਆਪ ਜੀ ਸਰਵਣ ਕਰ ਰਹੇ। ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਪਾਵਨ ਅੰਮ੍ਰਿਤ ਬਚਨ। ਸਤਿਗੁਰੂ ਜੀ ਭਾਈ ਮਰਦਾਨੇ ਤੇ ਬਾਲੇ ਦੇ ਸਮੇਤ ਏਮਨਾਬਾਦ ਨਗਰ ਆਏ। ਇੱਥੇ ਭਾਈ ਲਾਲੋ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਆਏ। ਭਾਈ ਲਾਲੋ ਦੇ ਘਰ ਵਿੱਚ ਕੁਝ ਦਿਨਾਂ ਲਈ ਸਤਿਗੁਰਾਂ ਟਿਕਾਣਾ ਵੀ ਰੱਖਿਆ। ਜਿਸ ਦਿਨ ਆਏ ਸਨ ਏਮਨਾਬਾਦ, ਭਾਈ ਮਰਦਾਨਾ ਜੀ ਨਗਰ ਵਿੱਚ ਕਿਤੇ ਭੋਜਨ ਦੇ ਪ੍ਰਬੰਧ ਲਈ ਗਏ ਤੇ ਨਗਰ ਨਿਵਾਸੀਆਂ ਨੇ ਭਾਈ ਮਰਦਾਨੇ ਦੀ ਬੇਹੁਰਮਤੀ ਕੀਤੀ। ਭਾਈ ਲਾਲੋ ਜੀ ਗੁਰੂ ਚਰਨਾਂ ਵਿੱਚ ਵੀ ਆ ਗਏ ਉਸੇ ਦਿਨ ਤੇ ਸਤਿਗੁਰੂ ਜੀ ਦੇ ਚਰਨਾਂ 'ਚ ਭਾਈ ਮਰਦਾਨਾ ਜੀ ਵੀ ਪਹੁੰਚੇ। ਤਾਂ ਗੁਰਦੇਵ ਨੇ ਏਮਨਾਬਾਦ ਨਗਰ ਦੇ ਵਿੱਚ ਜੋ ਆਉਣ ਵਾਲੇ ਸਮੇਂ ਵਿੱਚ ਵਰਤਣਾ ਸੀ ਉਹਦਾ ਵਰਤਾਰਾ ਆਪਣੇ ਮੁਖਾਰਬਿੰਦ 'ਚ ਉਚਾਰਨ ਕਰਕੇ ਪਹਿਲਾਂ ਹੀ ਦੱਸ ਦਿੱਤਾ। ਭਾਈ ਲਾਲੋ ਨੂੰ ਕਿਹਾ, ਲਾਲੋ ਜੀ ਤੁਸੀਂ ਇਹ ਨਗਰ ਛੱਡ ਕੇ ਕੁਝ ਦਿਨਾਂ ਲਈ ਬਾਹਰ ਕਿਤੇ ਚਲੇ ਜਾਓ, ਕਿਉਂਕਿ ਇੱਥੇ ਬੜੀ ਕਤਲੋਗਾਰਤ ਹੋਣੀ ਹੈ। ਬਾਬਰ ਦਾ ਹਮਲਾ ਹੋਣਾ ਸੀ, ਕਤਲੋਗਾਰਤ ਹੋਣੀ ਹੈ, ਤੁਸੀਂ ਇੱਥੋਂ ਚਲੇ ਜਾਓ। ਜਦੋਂ ਸ਼ਾਂਤੀ ਹੋਵੇਗੀ ਮੁੜ ਕੇ ਫੇਰ ਆ ਕੇ ਇੱਥੇ ਵਸ ਜਿਓ। ਭਾਈ ਲਾਲੋ ਨੇ ਆਖਿਆ, ਮਹਾਰਾਜ ਮੇਰੇ ਕੋਈ ਸਨੇਹ ਵਾਲੇ ਮਿੱਤਰ ਪਿਆਰੇ ਨੇ, ਉਹਨਾਂ ਨੂੰ ਵੀ ਲੈ ਜਾਵਾਂ? ਮਹਾਰਾਜ ਜੀ ਕਹਿੰਦੇ ਲੈ ਜਾਓ, ਜਿਹੜੇ ਭਰੋਸਾ ਰੱਖਣਗੇ ਉਹਨਾਂ ਨੂੰ ਲੈ ਜਾਓ, ਨਹੀਂ ਤਾਂ ਬਹੁਤਿਆਂ ਨੇ ਕਹਿਣਾ ਇੱਥੇ ਕਿਹਦਾ ਹਮਲਾ ਹੋਣਾ ਜੀ, ਚੰਗੇ ਭਲੇ ਘਰਾਂ 'ਚ ਬੈਠੇ ਆ। ਬੇਵਿਸ਼ਵਾਸੇ ਵੀ ਨੇ, ਜਿਹੜੇ ਭਰੋਸਾ ਕਰਦੇ ਆ ਉਹਨਾਂ ਨੂੰ ਲੈ ਜਾਓ। ਇੱਥੇ ਕੀ ਹੋਣਾ? ਭਾਈ ਲਾਲੋ ਨੇ ਪੁੱਛਿਆ। ਤਾਂ ਜਗਤ ਗੁਰੂ ਬਾਬਾ ਜੀ ਨੇ ਇਹ ਬਾਬਰ ਬਾਣੀ ਦਾ ਹੀ ਸ਼ਬਦ ਹੈ, ਆਪਣੇ ਮੁਖਾਰ ਬਿੰਦ ਚੋਂ ਸਾਹਿਬ ਨੇ ਉਚਾਰਨ ਕੀਤਾ। ਸਰਵਣ ਕਰੀਏ। ਗੁਰੂ ਬਾਬਾ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਦਿਆਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲੰਗ ਮਹੱਲਾ ਪਹਿਲਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੇ ਗਿਆਨ ਵੇ ਲਾਲੋ। ਮਹਾਰਾਜ ਜੀ ਕਹਿੰਦੇ, ਭਾਈ ਲਾਲੋ ਜੀ ਸੁਣੋ, ਸਾਡੇ ਅੰਦਰ ਸਾਡੇ ਖਸਮ ਦੀ ਬਾਣੀ ਜਿਵੇਂ ਆਉਂਦੀ ਹੈ ਅਸੀਂ ਤਿਵੇਂ ਉਚਾਰਦੇ ਹਾਂ। ਇਹ ਵੀ ਸੱਚਖੰਡ ਤੋਂ ਆ ਰਹੇ ਨੇ ਬਚਨ ਜੋ ਤੁਹਾਨੂੰ ਸੁਣਾਉਣ ਲੱਗੇ। ਅਸੀਂ ਆਪਣੇ ਦਿਮਾਗ ਦੀ ਘਾੜਤ ਨਾਲ ਨਹੀਂ ਵੀ ਕੁਝ ਉਚਾਰਦੇ। ਜੈਸੀ ਬਾਣੀ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚੋਂ, ਖਸਮ ਦੇ ਘਰ ਵਿੱਚੋਂ ਆ ਰਹੀ ਹੈ, ਹੇ ਭਾਈ ਲਾਲੋ ਤੈਸੜਾ ਕਰੀ ਗਿਆਨ ਵੇ ਲਾਲੋ। ਉਸੇ ਤਰ੍ਹਾਂ ਦਾ ਗਿਆਨ ਅਸੀਂ ਪ੍ਰਗਟ ਕਰਦੇ ਹਾਂ ਵੇ ਲਾਲੋ, ਭਾਈ ਲਾਲੋ, ਜਿਵੇਂ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚੋਂ ਉਤਰਦਾ ਹੈ। ਗੁਰਦੇਵ ਨੇ ਜਿਤਨੀ ਵੀ ਬਾਣੀ ਉਚਾਰੀ ਹੈ ਕਦੇ ਨਹੀਂ ਆਖਿਆ ਮਰਦਾਨਿਆਂ ਸ਼ਬਦ ਬਣਾਇਆ ਆਪਾਂ ਗਾਈਏ। ਹਮੇਸ਼ਾ ਇਹੀ ਕਹਿੰਦੇ ਸਨ, ਬਾਣੀ ਆਈ ਹੈ ਮਰਦਾਨਿਆਂ ਰਬਾਬ ਛੇੜ। ਬਾਣੀ ਆਈ ਹੈ, ਉਤਰਦੀ ਹੈ ਮੇਰੇ ਸਤਿਗੁਰਾਂ ਦੇ ਅੰਦਰ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਗੁਰਦੇਵ ਕਹਿੰਦੇ, ਜਿਵੇਂ ਆਈ ਹੈ ਖਸਮ ਦੀ ਬਾਣੀ, ਮੈਂ ਤੈਸੜਾ ਗਿਆਨ ਪ੍ਰਗਟ ਕਰਕੇ ਦੱਸਦਾ ਹਾਂ ਵੇ ਲਾਲੋ। ਆਪ ਕੀ ਜੰਜਲ ਕਾਬਲ ਹੋਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਇਹਦਾ ਰੂਪ ਅਲੰਕਾਰ ਬੰਨਿਆ ਸ਼ਾਦੀ ਦੇ ਮਾਹੌਲ ਸੰਬੰਧੀ। ਜਿਵੇਂ ਕਿਸੇ ਲਾੜੇ ਲਾੜੀ ਦਾ ਵਿਆਹ ਹੁੰਦਾ ਹੈ, ਮੁਸਲਮਾਨ ਹੋਵੇ ਤੇ ਕਾਜੀ ਨਿਕਾਹ ਪੜਾਉਂਦਾ ਹੈ, ਹਿੰਦੂ ਹੋਵੇ ਤੇ ਬ੍ਰਾਹਮਣ ਵਿਆਹ ਕਰਾਉਂਦਾ, ਫੇਰੇ ਕਰਾਉਂਦਾ। ਉਸ ਵੇਲੇ ਜੰਜ ਉਤਰਦੀ ਹੈ ਲਾੜੇ ਨਾਲ,
ਉਹਦੇ ਤੇ ਕੇਸਰ ਕੁੰਕਮ ਦਾ ਛਿੜਕਾਵ ਕੀਤਾ ਜਾਂਦਾ ਹੈ, ਉਹ ਸਾਰਾ ਮਾਹੌਲ ਹੁੰਦਾ ਹੈ। ਗੁਰਦੇਵ ਉਹੀ ਅਲੰਕਾਰ ਇੱਥੇ ਬਣ ਰਹੇ ਨੇ। ਕਹਿੰਦੇ ਪਾਪੀਆਂ ਦੀ ਜੰਜ ਲੈ ਕੇ, ਪਾਪ ਕਰਮੀਆਂ ਦੀ ਜੰਜ ਲੈ ਕੇ ਕਾਬਲ ਤੋਂ ਆਵੇਗਾ। ਬਾਬਰ ਵੱਲ ਇਸ਼ਾਰਾ ਸੀ। ਬਾਬਰ ਕਾਬਲ ਤੋਂ ਆਵੇਗਾ ਪਾਪੀਆਂ ਦੀ ਜੰਜ ਲੈ ਕੇ। ਕਈ ਮਹਾਂਪੁਰਸ਼ ਏਦਾਂ ਵੀ ਅਰਥ ਕਰਦੇ ਆ ਵੀ ਬਾਬਰ ਆ ਗਿਆ ਉਦੋਂ ਇਹ ਬਚਨ ਕਹੇ ਮਹਾਰਾਜ ਜੀ ਨੇ ਕਿ ਪਾਪੀਆਂ ਦੀ ਜੰਜ ਲੈ ਕੇ ਕਾਬਲ ਤੋਂ ਆਇਆ ਹੈ ਚੱਲ ਕੇ। ਪਰ ਅੱਗੇ ਜਾ ਕੇ ਸੰਕੇਤ ਮਿਲਦਾ ਵੀ ਗੁਰਦੇਵ ਨੇ ਇਹ ਸ਼ਬਦ ਪਹਿਲਾਂ ਉਚਾਰਿਆ ਬਾਬਰ ਦੇ ਆਉਣ ਤੋਂ। ਜਦੋਂ ਅੱਗੇ ਜਾ ਕੇ ਗੁਰਦੇਵ ਕਹਿੰਦੇ ਆ ਕਿ 78 ਵਿੱਚ ਆਏਗਾ ਤੇ 97 ਚ ਜਾਏਗਾ, ਇਹਦਾ ਮਤਲਬ ਪਹਿਲਾਂ ਉਚਾਰਨ ਹੋ ਰਿਹਾ ਹੈ, ਕੁਝ ਦਿਨ ਪਹਿਲਾਂ ਹੀ ਉਚਾਰਨ ਹੋ ਗਿਆ ਇਹ ਸ਼ਬਦ। ਇਸ ਕਰਕੇ ਇਸੇ ਤਰ੍ਹਾਂ ਅਰਥ ਕਰਾਂਗੇ ਜਿਵੇਂ ਸੰਪਰਦਾਈ ਮਹਾਂਪੁਰਸ਼ ਵਿਦਵਾਨ ਕਰਦੇ ਨੇ। ਕਹਿੰਦੇ ਪਾਪ ਦੀ ਜੰਜ ਲੈ ਕੇ ਕਾਬਲ ਤੋਂ ਆਏਗਾ ਦੌੜ ਕੇ, ਜੋਰੀ ਮੰਗਾ ਦਾਨ ਵੇ ਲਾਲੋ। ਵੇ ਲਾਲੋ, ਏਵਨਾਬਾਦ ਵਿੱਚ ਆਇਆ ਹੋਇਆ ਉਹ ਪਾਪੀ ਜਿਹੜਾ ਕਾਬਲ ਤੋਂ ਚੜ ਕੇ ਆਵੇਗਾ ਪਾਪੀਆਂ ਦੀ ਜੰਜ ਲੈ ਕੇ, ਉਹ ਆ ਕੇ ਜ਼ਬਰਦਸਤੀ ਲੋਕਾਂ ਦੇ ਕੋਲੋਂ ਇਸਤਰੀਆਂ ਦਾ ਦਾਨ ਮੰਗੇਗਾ। ਵਿਭਚਾਰੀ ਹੋਣਗੇ ਇੱਥੇ ਏਮਨਾਬਾਦ ਨਗਰ ਦੇ ਵਿੱਚ। ਇਸਤਰੀਆਂ ਦੀ ਜਿਹੜੀ ਆਬਰੂ ਹੈ ਉਹ ਬੇਆਬਰੂ ਕਰਨਗੇ। ਇਹੋ ਜਿਹੇ ਮਲੇਛ ਹੋਣੇ ਹਨ। ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫੇਰੈ ਪ੍ਰਧਾਨ ਵੇ ਲਾਲੋ। ਸ਼ਰਮ ਤੇ ਧਰਮ ਦੋਵੇਂ ਛਪ ਕੇ ਦੂਰ ਜਾ ਕੇ ਖਲੋ ਗਏ ਨੇ। ਲਾਲੋ ਇਹੋ ਜਿਹਾ ਕਲਯੁਗ ਵਰਤੇਗਾ ਕਿ ਕੂੜੀ ਝੂਠ ਹੀ ਪ੍ਰਧਾਨ ਹੋਵੇਗਾ ਇੱਥੇ। ਕੂੜ ਫੇਰੈ ਪ੍ਰਧਾਨ ਵੇ ਲਾਲੋ, ਝੂਠ ਇੱਥੇ ਪ੍ਰਧਾਨ ਹੋ ਕੇ ਫਿਰੇਗਾ, ਵਿਚਰੇਗਾ ਝੂਠਿਆਂ ਦਾ ਇੱਥੇ ਕੁਝ ਸਮੇਂ ਲਈ ਵਰਤਾਰਾ ਵਰਤੇਗਾ। ਆਜੀਆ ਬਾਮਣਾ ਕੀ ਗੱਲ ਥਕੇ, ਅਗਦ ਪੜੈ ਸ਼ੈਤਾਨ ਵੇ ਲਾਲੋ। ਵਿਆਹ ਕਾਜੀ ਜਾਂ ਬਾਹਮਣ ਨਹੀਂ ਪੜਨਗੇ, ਉਹਨਾਂ ਦੀ ਤਾਂ ਗੱਲ ਥੱਕ ਜਾਣੀ ਹੈ। ਜਿਹੜਾ ਸ਼ੈਤਾਨ ਹੈ, ਸ਼ੈਤਾਨੀ ਬਿਰਤੀ, ਵਿਭਚਾਰੀ ਵਿਕਾਰੀ ਬਿਰਤੀ ਜਿਹੜੀ ਹੈ, ਉਹ ਨਾ ਕਾਬਲ ਤੋਂ ਆਏ ਹੋਏ ਪਾਪੀਆਂ ਦੇ ਵਿਆਹ ਪੜਾਵੇਗਾ। ਅਗਦ ਦਾ ਪੜ ਇੱਥੇ ਅਰਥ ਹੈ ਨਿਕਾਹ। ਉਹ ਨਿਕਾਹ ਪੜਾਏਗਾ ਕਿਉਂਕਿ ਉਹ ਆ ਕੇ ਜ਼ਬਰਦਸਤੀ ਇਸਤਰੀਆਂ ਨੂੰ ਪਰਣਾਉਣਗੇ। ਕਾਜੀ ਬਾਹਮਣ ਨਹੀਂ ਆ ਕੇ ਉਹਨਾਂ ਦੇ ਨਿਕਾਹ ਕਰਾਉਣਗੇ, ਵਿਆਹ ਨਹੀਂ ਕਰਾਉਣਗੇ। ਉਹਨਾਂ ਦੀ ਤਾਂ ਗੱਲ ਹੀ ਥੱਕ ਜਾਣੀ ਹੈ, ਕੋਈ ਨਹੀਂ ਪੁੱਛਣਾ ਕਿਸੇ ਨੇ ਉਹਨਾਂ ਨੂੰ। ਉਹ ਜਿਹੜੇ ਅਗਦ ਨਿਕਾਹ ਕਰਾਉਣ ਵਾਲੇ ਹੋਣਗੇ ਉਹ ਸ਼ੈਤਾਨ ਹੋਣਗੇ। ਉਹ ਨਿਕਾਹ ਨਹੀਂ ਕਰਾਉਣਗੇ, ਉਹ ਵਿਆਹ ਨਹੀਂ ਕਰਾਉਣਗੇ। ਵਿਆਹ ਤੇ ਨਿਕਾਹ ਕਰਾਉਣ ਤੋਂ ਬਿਨਾਂ ਸ਼ੈਤਾਨੀ ਤੇ ਵਿਕਾਰੀ ਬਿਰਤੀ ਰੱਖ ਕੇ ਹਿੰਦੁਸਤਾਨ ਦੀਆਂ ਔਰਤਾਂ ਨੂੰ ਬੇਆਬਰੂ ਕਰਨਗੇ। ਮੁਸਲਮਾਨੀਆ ਪੜ੍ਹੈ ਕਤੇਬਾ, ਕਸ਼ਟ ਮਹਿ ਕਰੈ ਖੁਦਾਏ ਵੇ ਲਾਲੋ। ਆ ਜਿਹੜੀਆਂ ਮੁਸਲਮਾਨਣੀਆਂ ਰਹਿੰਦੀਆਂ ਇੱਥੇ ਸ਼ਹਿਰ ਏਮਨਾਬਾਦ ਵਿੱਚ, ਇਹ ਅੰਦਰ ਪਰਦੇ ਵਿੱਚ ਬਹਿ ਕੇ ਕਤੇਬਾਂ ਪੜ੍ਹਦੀਆਂ, ਆਪਣੀਆਂ ਧਾਰਮਿਕ ਗ੍ਰੰਥ ਕੁਰਾਨ ਆਦਿਕ ਦਾ ਪਾਠ ਕਰਦੀਆਂ ਨੇ। ਪਰ ਜਦੋਂ ਇਹਨਾਂ ਤੇ ਉਹ ਕਸ਼ਟ ਪੈਣਾ, ਕਾਬਲ ਤੋਂ ਚੜ ਕੇ ਆਉਣਾ ਹੈ ਨਾ ਉਹਨਾਂ ਪਾਪੀਆਂ ਦੀ ਜੰਜ ਲੈ ਕੇ, ਉਸ ਵੇਲੇ ਇਹੋ ਜਿਹਾ ਕਸ਼ਟ ਇਹਨਾਂ ਮੁਸਲਮਾਨੀਆਂ ਤੇ ਆਉਣਾ ਕਿ ਉਸ ਕਸ਼ਟ ਦੇ ਵਿੱਚ ਵੇ ਖੁਦਾ, ਖੁਦਾ ਦਾ ਵਾਸਤਾ, ਖੁਦਾ ਦਾ ਵਾਸਤਾ, ਇਹ ਵਾਸਤੇ ਪਾਉਣਗੀਆਂ ਗਲੀਆਂ ਵਿੱਚ ਫਿਰਦੀਆਂ ਹੋਈਆਂ। ਜਾਤ ਸਨਾਤੀ ਹੋਰ ਹਿਦਵਾਣੀਆਂ। ਇਹ ਹਾਲਤ ਕੱਲੀ ਮੁਸਲਮਾਨੀਆਂ ਦੀ ਨਹੀਂ ਹੋਣੀ। ਜੋ ਹਾਲਾਤ ਮੁਸਲਮਾਨੀਆਂ ਦੇ ਹੋਣੇ ਨੇ ਏਮਨਾਬਾਦ ਵਿੱਚ, ਉਹੀ ਹਾਲਾਤ ਹਿੰਦਵਾਣੀਆਂ ਦੇ ਵੀ ਹੋਣੇ ਨੇ, ਕਿਉਂਕਿ ਹਿੰਦੂ ਵੀ ਰਹਿੰਦੇ ਸਨ ਉੱਥੇ। ਉਹਨਾਂ ਦੀ ਵੀ ਇਹੀ ਹਾਲਤ ਹੋਣੀ। ਉਹਨਾਂ ਤੋਂ ਇਲਾਵਾ ਜਾਤ ਸਨਾਤੀ, ਸਨਾਤੀ ਦਾ ਮਤਲਬ ਜਿਨ੍ਹਾਂ ਨੂੰ ਇਹ ਨੀਚ ਜਾਤੀਆਂ ਦੀਆਂ ਔਰਤਾਂ ਕਹਿੰਦੇ ਨੇ, ਉਹ ਤੇ ਹੋਰ ਉਹਨਾਂ ਤੋਂ ਇਲਾਵਾ ਹਿੰਦਵਾਣੀਆਂ ਜਿਹੜੀਆਂ ਹਨ, ਇਹ ਭੀ ਲਿਖੈ ਲਾਏ ਵੇ ਲਾਲੋ। ਲਾਲੋ ਉਹਨਾਂ ਨੂੰ ਵੀ ਇਸੇ ਲੇਖੇ ਵਿੱਚ ਹੀ ਲਾਉਣਾ ਉਹਨਾਂ ਨੇ, ਜਿਸ ਲੇਖੇ ਵਿੱਚ ਮੁਸਲਮਾਨਣੀਆਂ ਨੇ ਲੱਗਣਾ ਹੈ। ਭਾਵ ਜਿਵੇਂ ਉਹਨਾਂ ਨੂੰ ਬੇਆਬਰੂ ਕੀਤਾ ਜਾਣਾ, ਇਹ ਵੀ ਬੇਆਬਰੂ ਹੋਣਗੀਆਂ। ਇਹੋ ਜਿਹਾ ਵਰਤਾਰਾ ਗੁਰਦੇਵ ਕੋਈ ਸ਼ਰਾਪ ਨਹੀਂ ਦੇ ਰਹੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੱਸ ਰਹੇ ਨੇ ਜੋ ਵਰਤਣਾ ਹੈ।
ਜੋ ਆਉਣ ਵਾਲੇ ਸਮੇਂ 'ਚ ਭਵਿੱਖ 'ਚ ਹੋਣਾ ਹੈ। ਲਾਲੋ ਨੂੰ ਦੱਸ ਰਹੇ ਨੇ, ਲਾਲੋ ਜਿਨ੍ਹਾਂ ਨੇ ਬਚਾਅ ਕਰਨਾ ਉਹ ਛੱਡ ਕੇ ਇੱਥੋਂ ਚਲੇ ਜਾਣ, ਬਚ ਜਾਣ। ਪਰ ਇਹ ਵਰਤਾਰਾ ਇਹੀ ਵਰਤਣਾ, ਇਹੋ ਜੀ ਟੁਕ ਦਮ ਹੋਣੀ ਆ ਇੱਥੇ। ਹਾਂਜੀ, ਖੂਨ ਕੇ ਸੋਹਿਲੇ ਗਾਵੇ ਹੈ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਇਹ ਲਾਲੋ ਇੱਥੇ ਖੂਨ ਦੇ ਸੋਹਿਲੇ ਗਾਏ ਜਾਣੇ ਨੇ, ਜਿਵੇਂ ਵਿਆਹਾਂ ਵਾਲੇ ਘਰਾਂ 'ਚ ਸੋਹਿਲੇ ਗਾਏ ਜਾਂਦੇ ਨਾ ਗੀਤ। ਇੱਥੇ ਘਰ ਘਰ ਦੇ ਵਿੱਚ ਜਿਨ੍ਹਾਂ ਦੇ ਖੂਨ ਹੋਏ ਹੋਣੇ ਨੇ, ਜਿਨ੍ਹਾਂ ਦੇ ਕਤਲ ਹੋਏ ਹੋਣੇ ਨੇ, ਉਹਨਾਂ ਨੂੰ ਚੇਤੇ ਕਰ ਕਰਕੇ ਜਿਹੜੇ ਕੀਰਨੇ ਪਾਏ ਜਾਣੇ ਨੇ, ਮਾਨੋ ਉਹੀ ਖੂਨ ਦੇ ਸੋਹਿਲੇ ਨੇ। ਘਰ ਘਰ ਵਿੱਚ ਹਾਏ ਦੁਹਾਈ ਪੈਣੀ ਆ, ਰੋਣਾ ਕੁਰਲਾਉਣਾ ਹੋਣਾ, ਇਹ ਖੂਨ ਦੇ ਸੋਹਿਲੇ ਗਾਏ ਜਾਣੇ ਨੇ। ਔਰ ਜਿਹੜਾ ਸਰੀਰ ਉਹਨਾਂ ਦਾ ਖੂਨ ਨਾਲ ਭਿੱਜਾ ਹੋਵੇਗਾ, ਖੂਨ ਨਾਲ ਲੱਥ-ਪੱਥ ਹੋਏ ਹੋਣਗੇ, ਉਹ ਮਾਨੋ ਜਿਵੇਂ ਰਤ ਦਾ ਕੁੰਗੂ ਨਾ ਤੇ ਕੁੰਗੂ ਚੰਦਨ ਕੇਸਰ ਦਾ ਛਿੜਕਾਵ, ਉਹ ਮਾਨੋ ਉਹਨਾਂ ਦੇ ਉੱਤੇ ਪਾਇਆ ਹੋਇਆ ਹੋਵੇਗਾ। ਏਦਾਂ ਦਾ ਵਰਤਾਰਾ ਲਾਲੋ ਇੱਥੇ ਵਰਤਣਾ। ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ। ਮਹਾਰਾਜ ਜੀ ਕਹਿੰਦੇ ਇਹ ਸਾਰੀ ਮਾਸਪੁਰੀ ਬਣ ਜਾਣੀ ਹੈ। ਮਾਸ ਦੀਆਂ ਲਾਸ਼ਾਂ, ਲੋਥਾਂ ਹੀ ਲੋਥਾਂ ਮੁਰਦਿਆਂ ਦੀਆਂ ਘਰਾਂ ਘਰਾਂ ਗਲੀਆਂ ਗਲੀਆਂ ਵਿੱਚ ਹੋਣੀਆਂ। ਇਹ ਮਾਸਪੁਰੀ ਹੋ ਜਾਣੀ ਹੈ ਸਾਰੀ। ਇਹ ਮਸਲਾ ਮਸੋਲਾ, ਇਹ ਮਸਲਾ ਅਸੀਂ ਸੁਣਾ ਰਹੇ ਹਾਂ ਲਾਲੋ ਤੈਨੂੰ ਪ੍ਰਗਟ ਕਰਕੇ। ਤੇ ਜਦੋਂ ਇਹ ਮਾਸਪੁਰੀ ਹੋ ਜਾਏਗੀ ਸਾਰੀ, ਇਹਦੇ ਵਿੱਚ ਬਹਿ ਕੇ ਵੀ ਅਸੀਂ ਹਾਂ, ਇੱਥੇ ਬਹਿ ਕੇ ਵੀ ਪਰਮੇਸ਼ਰ ਦੇ ਗੁਣ ਗਾਵਾਂਗੇ। ਅਸੀਂ ਇੱਥੇ ਹੀ ਹੋਵਾਂਗੇ ਉਦੋਂ। ਇਹ ਨਹੀਂ ਜੇ ਬਾਬਰ ਜਰਵਾਣਾ ਬਣ ਕੇ ਆਇਆ, ਪਾਤਸ਼ਾਹ ਕਹਿੰਦੇ ਅਸੀਂ ਇੱਥੇ ਹੀ ਹੋਵਾਂਗੇ ਉਸ ਵੇਲੇ। ਕਿਉਂਕਿ ਜਦੋਂ ਆਇਆ ਫਿਰ ਉਸ ਬਾਬਰ ਨੂੰ ਜਾਬਰ ਕਹਿ ਕੇ ਗੁਰੂ ਨਾਨਕ ਸਾਹਿਬ ਵੀ ਅੱਗੋਂ ਟੱਕਰੇ ਸਨ। ਹੋਰ ਨਹੀਂ ਕਿਸੇ ਉਹਦਾ ਮੁਕਾਬਲਾ ਕੀਤਾ। ਪਠਾਣਾ ਦੀ ਤਾਂ ਇਹ ਦਸ਼ਾ ਹੋ ਗਈ ਸੀ। ਮਹਾਰਾਜ ਜੀ ਫਿਰ ਦੂਸਰਾ ਅਰਥ ਏਦਾਂ ਵੀ ਕਹਿੰਦੇ ਆ ਵੀ ਮਾਸਪੁਰੀ ਆ, ਜਿਹੜਾ ਸਰੀਰ ਮਾਸ ਦਾ ਲੋਥੜਾ ਹੀ ਹੈ ਨਾ, ਮਾਸਪੁਰੀ ਵਿੱਚ ਬਹਿ ਕੇ ਅਸੀਂ ਉਸ ਸਾਹਿਬ ਦੇ ਗੁਣ ਗਾਇਨ ਕਰਦੇ ਹਾਂ। ਇਹ ਮਸੌਲਾ, ਇਹ ਮਸਲਾ ਅਸੀਂ ਗਿਆਨ ਦਾ ਇਹ ਪ੍ਰਗਟ ਕਰਕੇ ਦੱਸਦੇ ਹਾਂ। ਜਿਨ ਉਪਾਏ ਰੰਗ ਰਵਾਏ, ਇਸ ਨੇ ਸਾਰੀ ਜੀਵਾਂ ਦੀ ਪ੍ਰਕਿਰਤੀ ਨੂੰ ਪੈਦਾ ਕੀਤਾ ਤੇ ਉਹਨਾਂ ਨੂੰ ਫਿਰ ਕਈ ਤਰ੍ਹਾਂ ਦੇ ਰੰਗਾਂ ਦੇ ਵਿੱਚ ਲਾਇਆ ਹੋਇਆ ਹੈ। ਬੈਠਾ ਵੇਖੈ ਵਖ ਅਕੇਲਾ, ਸਾਰਿਆਂ ਨੂੰ ਬਣਾ ਕੇ ਰਚ ਕੇ ਤੇ ਫਿਰ ਸਾਰਿਆਂ ਤੋਂ ਵੱਖਰਾ ਬਹਿ ਕੇ ਇਕੱਲਾ ਵੇਖਦਾ ਸਭ ਨੂੰ। ਬੈਠਾ ਵੇਖੈ, ਬੈਠਾ ਵੇਖਦਾ, ਵੱਖ ਅਕੇਲਾ, ਵੱਖਰਾ ਬਹਿ ਕੇ ਇਕੱਲਾ ਬਹਿ ਕੇ ਵੇਖਦਾ। ਉਹ ਵੇਖ ਵੀ ਰਿਹਾ, ਉਸ ਦੀ ਦ੍ਰਿਸ਼ਟੀ ਸਾਰਿਆਂ ਤੇ ਹੈ। ਸੱਚਾ ਸੋ ਸਾਹਿਬ ਸਚਤ ਪਾਵਸ, ਉਹ ਸਾਹਿਬ ਸੱਚਾ ਹੈ, ਨਿਰੰਕਾਰ ਸੱਚਾ ਹੈ, ਔਰ ਉਹਦਾ ਨਿਆਏ ਵੀ, ਉਹਦਾ ਇਨਸਾਫ ਵੀ ਸੱਚਾ ਹੈ। ਤਾਂ ਪਾਵਸ ਕਹਿੰਦੇ ਨੇ ਇਨਸਾਫ ਨੂੰ। ਕੋਈ ਆਖੇ ਵੀ ਏਮਨਾਬਾਦ ਵਾਲਿਆਂ ਦਾ ਕੋਈ ਕਸੂਰ ਸੀ, ਮਹਾਰਾਜ ਜੀ ਕਹਿੰਦੇ ਕੋਈ ਇਹਨਾਂ ਦੇ ਆਪਣੇ ਹੀ ਕਰਮਾਂ ਦੇ ਦੋਸ਼ ਨੇ। ਇਹ ਨਹੀਂ ਕਿ ਵਾਹਿਗੁਰੂ ਕੋਈ ਇਹਨਾਂ ਨਾਲ ਵਧੀਕੀ ਕਰ ਰਿਹਾ, ਉਹ ਤਾਂ ਇਨਸਾਫ ਪਿਆ ਕਰਦਾ। ਉਹਦੇ ਹੱਥ ਵਿੱਚ ਇਨਸਾਫ ਦੀ ਤੱਕੜੀ ਹੈ, ਉਹਦਾ ਤਪਾਵਸ ਇਨਸਾਫ ਨਿਆਏ ਵੀ ਸੱਚਾ ਹੈ। ਸਚੜਾ ਨਿਆਉ ਕਰੇਗ ਮਸੋਲਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚੜਾ ਇਨਸਾਫ, ਸੱਚਾ ਹੀ ਨਿਆਂ ਕਰੇਗਾ। ਹੁਣ ਵੀ ਸੱਚਾ ਇਨਸਾਫ ਕਰ ਰਿਹਾ ਹੈ, ਔਰ ਆਉਣ ਵਾਲੇ ਸਮੇਂ ਵਿੱਚ ਵੀ ਉਹਦੇ ਇਨਸਾਫ ਦੇ ਵਿੱਚ ਗੜਬੜਾਹਟ ਨਹੀਂ ਹੋਣੀ। ਲੋਕਾਂ ਦੇ ਵਿੱਚ, ਸੰਸਾਰ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਇਨਸਾਫ ਦੀ ਤੱਕੜੀ ਹੁੰਦੀ ਹੈ, ਵਰਤਮਾਨ ਦੇ ਸਮੇਂ 'ਚ ਭਾਵੇਂ ਕੁਝ ਹੋਰ ਹੋਵੇ, ਆਉਣ ਵਾਲੇ ਸਮੇਂ 'ਚ ਕਈ ਤਰ੍ਹਾਂ ਦੇ ਪ੍ਰਭਾਵਾਂ ਥੱਲੇ ਆ ਕੇ ਉਹ ਇਨਸਾਫ ਦੀਆਂ ਤੱਕੜੀਆਂ ਡਗਮਗਾਉਂਦੀਆਂ ਵੀ ਨੇ। ਪਰ ਮੇਰੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਇਨਸਾਫ ਦੀ ਤੱਕੜੀ ਹੈ ਨਾ, ਉਹ ਆਉਣ ਵਾਲੇ ਸਮੇਂ ਵਿੱਚ ਵੀ ਓਨਾ ਹੀ ਪੂਰਾ ਹੀ ਤੋਲ ਕਰਦੀ ਹੈ। ਮਜਾਲ ਹੈ ਕਿਤੇ ਉਹਦੇ ਘਰ ਦੇ ਵਿੱਚ ਰੰਚਕ ਭਰ ਵੀ ਕਿਸੇ ਨਾਲ ਬੇਇਨਸਾਫੀ ਹੋਵੇ। ਦੁਨੀਆ ਦੇ ਇਨਸਾਫ ਡਗਮਗਾ ਜਾਂਦੇ ਹਨ, ਕੋਈ ਲਾਲਚ ਵਸ ਹੋ ਕੇ ਡਗਮਗਾ ਜਾਂਦੇ ਹਨ, ਜਾਂ ਕਿਸੇ ਜ਼ੋਰ ਜ਼ਬਰਦਸਤੀ ਦੇ ਨਾਲ ਡਗਮਗਾ ਜਾਂਦੇ ਹਨ, ਭੈ ਥੱਲੇ ਆ ਕੇ ਡਗਮਗਾ ਜਾਂਦੇ ਹਨ। ਪਰ ਮੇਰੇ ਵਾਹਿਗੁਰੂ ਦੇ ਘਰ ਦਾ ਆਉਣ ਵਾਲੇ ਸਮੇਂ ਦਾ ਵੀ ਜਿਹੜਾ ਇਨਸਾਫ ਹੈ ਉਹ ਸੱਚਾ ਹੈ।
ਹੁਣ ਵੀ ਉਹ ਇਨਸਾਫ ਕਰ ਰਿਹਾ, ਸੱਚ ਹੀ ਹੈ ਉਹਦਾ ਤਪਾਵਸ। ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਸੱਚੜਾ ਹੀ ਨਿਆਂ ਕਰਨਾ, ਇਨਸਾਫ ਕਰਨਾ ਹੈ। ਆਇਆ ਕੱਪੜ ਟੁਕ ਟੁਕ ਹੋਸੇ, ਹਿੰਦੁਸਤਾਨ ਸੰਭਾਲ ਸੇ ਬੋਲਾ। ਇਹਨਾਂ ਦੇ ਆ ਕਾਇਆ ਰੂਪੀ ਕੱਪੜੇ ਜਿਹੜੇ ਨੇ ਇਹ ਟੁਕ ਟੁਕ ਟੁਕੜੇ ਟੁਕੜੇ ਹੋਸੀ ਹੋ ਜਾਣੇ ਹਨ। ਹਿੰਦੁਸਤਾਨ ਦੇ ਲੋਕ ਜਦੋਂ ਇਹ ਵਰਤਾਰਾ ਵਰਤੇਗਾ ਉਦੋਂ ਇਹਨਾਂ ਨੂੰ ਸਾਡੇ ਬੋਲ ਚੇਤੇ ਹੋਣਗੇ ਜੋ ਅਸੀਂ ਕਹਿ ਰਹੇ ਹਾਂ। ਹੁਣ ਅਸੀਂ ਕਹਿੰਦੇ ਆ ਇਮਨਾਬਾਦ ਵਾਲਿਆਂ ਨੂੰ ਚਲੇ ਜੋ, ਨਹੀਂ ਜਾਂਦੇ, ਪਰ ਜਦੋਂ ਇਹ ਵਰਤਾਰਾ ਵਰਤੇਗਾ ਇਹਨਾਂ ਦੀ ਇਹ ਜਿਹੜੀ ਕਾਇਆ ਰੂਪੀ ਕੱਪੜੇ ਟੁਕੜੇ ਟੁਕੜੇ ਹੋਣਗੇ ਉਦੋਂ ਇਹ ਹਿੰਦੁਸਤਾਨ ਦੇ ਲੋਕਾਂ ਨੂੰ ਸਾਡੇ ਬੋਲ ਚੇਤੇ ਹੋਣਗੇ। ਜਾਂ ਇਸ ਤਰ੍ਹਾਂ ਕਹਿ ਲਈਏ, ਜਦੋਂ ਇਹਨਾਂ ਨੂੰ ਲੁੱਛ ਲੁੱਛ ਕੇ ਮਾਰਿਆ ਜਾਏਗਾ, ਇਹਨਾਂ ਨਾਲ ਬੇਇਨਸਾਫੀਆਂ ਹੋਣਗੀਆਂ ਤੇ ਸਾਡੇ ਆਵਾਜ਼ ਜਿਹੜੀ ਇਹ ਬੇਇਨਸਾਫੀ ਦੇ ਖਿਲਾਫ ਆਵਾਜ਼ ਬੁਲੰਦ ਹੋਈ ਹੈ, ਸਾਡੇ ਇਹ ਬੋਲ ਹਿੰਦੁਸਤਾਨ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਚੇਤੇ ਹੋਣਗੇ ਕਿ ਗੁਰੂ ਬਾਬੇ ਨੇ ਜਾਬਰ ਤੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਅੱਜ ਵੀ ਸਮਾਂ ਹੈ, ਜੇ ਕੋਈ ਬੇਇਨਸਾਫੀ ਕਰਦਾ ਤੇ ਗੁਰੂ ਬਾਬੇ ਦੀਆਂ ਪਾਈਆਂ ਪੈੜਾਂ ਤੇ ਚੱਲ ਕੇ ਉਸ ਜ਼ਾਬਰ ਤੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਨਾ। ਇਹ ਬੋਲ ਸਾਡੇ ਆਉਣ ਵਾਲੇ ਸਮੇਂ ਵਿੱਚ ਵੀ ਹਿੰਦੁਸਤਾਨ ਦੇ ਲੋਕ ਸੰਭਾਲਣਗੇ। ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦੀ ਸਿਮਰਤੀ ਵਿੱਚ ਚੇਤੇ ਵਿੱਚ ਰਹਿਣਗੇ। ਆਵਨ 78 ਜਾਨ 97। 1578 ਸੰਮਤ ਬਿਕਰਮੀ ਦੇ ਵਿੱਚ ਬਾਬਰ ਦਾ ਆਉਣਾ ਹੋਵੇਗਾ ਹਿੰਦੁਸਤਾਨ ਵਿੱਚ। ਉਹ ਆਵੇਗਾ ਇਬਨਾਬਾਦ ਵਿੱਚ। ਹੋਰ ਭਿਉਠ ਸੇ ਮਰਦ ਕਾ ਚੇਲਾ। 97 ਦੇ ਵਿੱਚ ਉਹਦੀ ਸਫਾ ਚਲੀ ਜਾਏਗੀ, 97 ਵਿੱਚ ਉੱਠ ਜਾਏਗਾ। ਔਰ ਉਹਦੇ ਤੋਂ ਬਾਅਦ ਇੱਕ ਮਰਦ ਦਾ ਚੇਲਾ ਹੋਰ ਵੀ ਉੱਠੇਗਾ। ਉਹ ਕੌਣ ਸੀ? ਸ਼ੇਰ ਸ਼ਾਹ ਸੂਰੀ। ਬਾਬਰ ਦਾ ਲੜਕਾ ਹਮਾਯੂ ਜਦੋਂ ਤਖਤ ਤੇ ਬੈਠਾ ਤੇ ਸ਼ੇਰ ਸ਼ਾਹ ਸੂਰੀ ਨੇ ਹਮਲਾ ਕੀਤਾ। ਉਹਨੇ ਆ ਕੇ ਹਮਾਯੂ ਕੋਲੋਂ ਤਖਤ ਖੋਹ ਲਿਆ, ਹਿੰਦੁਸਤਾਨ ਤੇ ਕਾਬਜ ਹੋ ਗਿਆ। ਹਮਾਯੂ ਨੂੰ ਭੱਜ ਕੇ ਜਾਣਾ ਪਿਆ। ਕਹਿੰਦੇ ਉਹ ਵੀ ਹੋਵੇਗਾ, ਮਹਾਰਾਜ ਜੀ ਉਹ ਵੀ ਇਸ਼ਾਰਾ ਕਰ ਰਹੇ ਨੇ ਭਵਿੱਖਤ ਬਚਨ। ਇਹ ਕਰਥ ਏਦਾਂ ਵੀ ਮਹਾਂਪੁਰਸ਼ ਕਰਦੇ ਐ। ਆਵਨ 78 ਜਾਨ 97। 78 ਦੇ ਵਿੱਚ ਹੈਣ ਆਏ ਨੇ ਬਾਬਰ ਹੋਣੀ ਤੇ 1797 ਵਿੱਚ ਤਕਰੀਬਨ 200 ਸਵਾ 200 ਸਾਲ ਇਹਨਾਂ ਮੁਗਲਾਂ ਦਾ ਰਾਜ ਰਿਹਾ ਤੇ ਉਧਰ 1740 ਈਸਵੀ ਬਣਦਾ। ਉਦੋਂ ਤੱਕ ਔਰੰਗਜ਼ੇਬ ਤੋਂ ਬਾਅਦ ਤਾਂ ਫਿਰ ਤਕਰੀਬਨ ਤਿੱਤਰ ਬਿੱਤਰ ਹੀ ਹੋ ਗਿਆ ਇਹਨਾਂ ਦਾ ਰਾਜ, ਕੋਈ ਬਹੁਤਾ ਸਮਾਂ ਨਹੀਂ ਚਲਿਆ ਜਾਏਗਾ। ਉਸ ਵੇਲੇ ਇੱਕ ਮਰਦ ਕਾ ਚੇਲਾ, ਮਰਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਉਹਨਾਂ ਦਾ ਚੇਲਾ ਗੁਰੂ ਖਾਲਸਾ ਪੰਥ ਉਹ ਵੀ ਉੱਠੇਗਾ। ਸਤਿ ਸ੍ਰੀ ਅਕਾਲ। ਮਰਦ ਦਾ ਚੇਲਾ ਖਾਲਸਾ ਪੰਥ ਵੀ। ਉਹ ਇਸ਼ਾਰਾ ਵੀ ਕਈ ਮਹਾਂਪੁਰਸ਼ ਏਦਾਂ ਵੀ ਅਰਥ ਲਾਉਂਦੇ ਆ, ਫਿਰ ਏਦਾਂ ਵੀ ਕਈ ਅਰਥ ਕਰਦੇ ਆ ਮਹਾਂਪੁਰਸ਼ ਕਿ ਮਰਦ ਕਾ ਚੇਲਾ ਦਾ ਅਰਥ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਰਦ ਨੇ ਤੇ ਉਹਨਾਂ ਦਾ ਚੇਲਾ ਯਾਨੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਵੀ ਉੱਠਣਗੇ। ਇਹਨਾਂ ਹਾਕਮਾਂ ਦੇ ਖਿਲਾਫ ਉਹ ਵੀ ਆਪਣੀ ਆਵਾਜ਼ ਬੁਲੰਦ ਕਰਨਗੇ। ਮਰਦ ਦਾ ਚੇਲਾ ਖਾਲਸੇ ਪੰਥ ਨੂੰ ਵੀ ਕਿਹਾ, ਉਹ ਵੀ ਉੱਠੇਗਾ। ਜਥੇਦਾਰ ਬਘੇਲ ਸਿੰਘ ਨੂੰ ਵੀ ਕਿਹਾ ਕਿ ਉਹ ਜਾ ਕੇ ਹਿੰਦੁਸਤਾਨ ਦੇ ਦਿੱਲੀ ਦੇ ਤਖਤ ਦੇ ਉੱਤੇ ਲਾਲ ਕਿਲੇ ਤੇ ਨਿਸ਼ਾਨ ਚੁਲਾਵੇਗਾ ਖਾਲਸੇ ਦੇ ਰਾਜ ਦਾ। ਖੈਰ, ਪਰ ਮੁੱਖ ਰੂਪ ਦੇ ਵਿੱਚ ਅਰਥ ਸ਼ੇਰ ਸ਼ਾਹ ਸੂਰੀ ਦੇ ਸੰਬੰਧ ਵਿੱਚ ਕੀਤਾ ਜਾਂਦਾ ਹੈ ਵੀ ਉਹ ਵੀ ਆਵੇਗਾ 78 ਵਿੱਚ। ਉਸ ਵਕਤ ਇੱਕ ਵਾਰ ਇਹਨਾਂ ਦਾ ਰਾਜ ਭਾਗ ਖੋਹ ਲਵੇਗਾ। ਹਾਂਜੀ, ਸੱਚ ਕੇ ਬਾਣੀ ਨਾਨਕ ਆਖੈ। ਸੱਚੇ ਦੀ ਬਾਣੀ ਕਹਿਣਾ ਗੁਰੂ ਨਾਨਕ ਸਾਹਿਬ ਕਹਿੰਦੇ ਜੋ ਸੱਚ ਦੇ ਘਰ ਵਿੱਚੋਂ ਉਤਰਦੀ ਹੈ।
हाँ जी। सच सुनाए से सच के बेला। ਅਸੀਂ ਸੱਚ ਸੁਣਾਉਂਦੇ ਹਾਂ ਕਿਉਂਕਿ ਸੱਚ ਕਹਿਣ ਦਾ ਵੇਲਾ ਇਹੀ ਹੈ। ਮਨੁੱਖੀ ਸਰੀਰ ਹੀ ਸੱਚ ਕਹਿਣ ਦਾ ਵੇਲਾ ਹੈ। ਇਹ ਮਾਨਵੀ ਤਨ, ਇਹ ਮਾਨਵੀ ਕਾਇਆ ਸੱਚ ਕਹਿਣ ਦਾ ਵੇਲਾ ਹੈ। ਇਹਦੇ ਵਿੱਚ ਵੀ ਆ ਕੇ ਜੇ ਸੱਚ ਨਾ ਸੁਣਾਇਆ, ਸੱਚ ਨਾ ਕਿਹਾ, ਤੇ ਫਿਰ ਲਾਨਤ ਹੈ ਇਹੋ ਜਿਹੇ ਮਨੁੱਖੀ ਜਾਮੇ ਤੇ, ਧਰਕਾਰ ਹੈ। ਪਰਮੇਸ਼ਰ ਦਾ ਨਾਮ ਸੱਚਾ ਹੈ, ਉਸ ਸੱਚੇ ਨਾਮ ਨੂੰ ਕਹਿਣ ਦਾ ਵੇਲਾ ਹੈ ਇਹ ਮਨੁੱਖੀ ਕਾਇਆ। ਤੇ ਜੇ ਇਹ ਵੇਲਾ ਹੱਥੋਂ ਖੁੱਸ ਗਿਆ, ਚਲਿਆ ਗਿਆ, ਤਾਂ ਫਿਰ ਬਾਅਦ ਵਿੱਚ ਤਾਂ ਮਹਾਰਾਜ ਜੀ ਕਹਿੰਦੇ ਪੱਲੇ ਪਛਤਾਵਾ ਹੀ ਰਹਿ ਜਾਣਾ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਾਰ ਸਰਬਰ ਜਬ ਉਛਲੈ ਤਬ ਤਰਨ ਦਹੇਲਾ। ਉਦੋਂ ਫਿਰ ਤਰਨਾ ਔਖਾ ਹੋ ਜਾਣਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਨੇ। ਸੱਚ ਸੁਣਾਉਣ ਦੀ ਵੇਲਾ ਮਹਾਰਾਜ ਜੀ ਕਹਿੰਦੇ ਮਨੁੱਖੀ ਕਾਇਆ ਹੈ, ਇਹ ਮਨੁੱਖੀ ਸਰੀਰ ਹੈ। ਗੁਰਦੇਵ ਕਿਰਪਾ ਕਰਨ, ਗੁਰਬਾਣੀ ਦੀ ਅਗਾਧ ਬੋਧ ਦੇ ਪਾਵਨ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ ਔਰ ਸਾਡਾ ਜੀਵਨ ਸਫਲ ਹੋ ਜਾਵੇ। ਅਗਾਧ ਬੋਧ ਬਾਣੀ ਨੂੰ ਵਿਚਾਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।